सिलसिला कितनी देर चला, आपको कितनी देर भगाते रहे? ये चला सिलसिला कम से कम 3 घंटा चला है। पहले बोलते 72 घंटा आप संस्कार नहीं कर सकते। अच्छा, उन्होंने बोला कि 72 घंटे आप संस्कार नहीं कर सकते। सर कह सकते हो कि इस केस ਦੇ ਵਿੱਚ ਤਾਲਮੇਲ ਦੀ ਕਮੀ ਆਈ ਹੈ ਕਿਤੇ ਨਾ ਕਿਤੇ? ਮੈਨੂੰ ਲੱਗਦਾ ਹੈ ਕਿ ਜਾਂ ਤਾਂ ਸੁਣਨ 'ਚ ਗਲਤੀ ਲੱਗੀ ਹੈ ਜਾਂ ਕੋਈ ਕਨਵੇ ਕਰਨ 'ਚ ਗਲਤੀ ਲੱਗੀ ਹੈ। ਦੇਸ਼ ਭਰ ਦੇ ਵਿੱਚ ਮਜ਼ਦੂਰਾਂ ਦਾ ਪਲਾਨ ਜਾਰੀ ਹੈ। ਉਹਨਾਂ ਦਾ ਕੰਮਕਾਜ ਬੰਦ ਹੈ ਤੇ ਗੁਜ਼ਰ ਬਸਰ ਵਾਸਤੇ ਰਾਸ਼ਨ ਵੀ ਨਹੀਂ ਮਿਲ ਰਿਹਾ। ਜੇਕਰ ਇੱਥੇ ਰਹਿਣ ਵੀ ਤਾਂ ਕਿਸ ਤੇ ਭਰੋਸੇ? ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਮਜ਼ਦੂਰ ਵਰਗ। ਅਜਿਹਾ ਹੀ ਮਾਮਲਾ ਪਠਾਨਕੋਟ ਦੇ ਪਿੰਡ ਟਰੇਟੀ ਦਾ ਸਾਹਮਣੇ ਆਇਆ, ਜਿੱਥੇ ਇੱਕ ਮਜ਼ਦੂਰ ਸੀਤਾਰਾਮ ਦੀ 11 ਸਾਲ ਦੀ ਧੀ ਦੀ ਮੌਤ ਹੋ ਜਾਣ ਤੇ ਉਸ ਦੀ ਲਾਸ਼ ਲੈਣ ਅਤੇ ਅੰਤਿਮ ਸੰਸਕਾਰ ਕਰਨ ਦੇ ਵਿੱਚ ਹਸਪਤਾਲ ਪ੍ਰਬੰਧਕਾਂ ਨੇ ਮਦਦ ਦੀ ਬਜਾਏ ਰੁਕਾਵਟਾਂ ਖੜੀਆਂ ਕੀਤੀਆਂ। ਗਰੀਬ ਮਜ਼ਦੂਰ ਪਹਿਲਾਂ ਹੀ ਪੈਸਿਆਂ ਦੀ ਤੰਗੀ ਦੇ ਨਾਲ ਜੂਝ ਰਿਹਾ ਸੀ ਅਤੇ ਉਹ ਘਰ ਜਾਣ ਦਾ ਇੰਤਜ਼ਾਮ ਵੀ ਕਰ ਰਿਹਾ ਸੀ। ਅਜਿਹੇ ਦੇ ਵਿੱਚ ਬੇਟੀ ਦੀ ਮੌਤ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ। ਲਾਸ਼ ਲੈਣ ਵਾਸਤੇ ਉਸ ਨੂੰ ਕਈ ਥਾਵਾਂ ਤੇ ਧੱਕੇ ਵੀ ਖਾਣੇ ਪਏ। ਜਦੋਂ 13 ਕਿਲੋਮੀਟਰ ਦੂਰ ਪਿੰਡ ਤਰੇਟੀ ਦੇ ਵਿੱਚ ਸੰਸਕਾਰ ਕਰਨ ਲੱਗਾ ਤੇ ਪਠਾਨਕੋਟ ਹਸਪਤਾਲ ਪ੍ਰਬੰਧਕਾਂ ਨੇ ਫੋਨ ਕਰਕੇ ਰੋਕ ਦਿੱਤਾ। ਉਸ ਨੂੰ ਕਿਹਾ ਗਿਆ ਕਿ ਲਾਸ਼ ਲੈ ਕੇ ਹਸਪਤਾਲ ਪਹੁੰਚੇ ਤਾਂ ਕਿ ਸਾਰਿਆਂ ਦੇ ਟੈਸਟ ਕੀਤੇ ਜਾ ਸਕਣ। ਪੂਰੇ ਦੇਸ਼ ਦੇ ਵਿੱਚ ਇੱਕ ਤਬਕਾ ਐਸਾ ਜਿਹੜਾ ਆਪਣੇ ਘਰਾਂ ਨੂੰ ਵਾਪਸ ਪਰਤ ਰਿਹਾ ਹੈ। ਕਾਰਨ ਕਿਸੇ ਕੋਲ ਨਹੀਂ ਹੈ। ਕੁਝ ਲੋਕ ਕਹਿ ਰਹੇ ਨੇ ਕਿ ਸਾਨੂੰ ਇੱਥੇ ਕਿਸੇ ਦੀ ਮਦਦ ਨਹੀਂ ਮਿਲ ਰਹੀ, ਕਿਸੇ ਤਰ੍ਹਾਂ ਦੀ ਰਾਸ਼ਨ ਨਹੀਂ ਮੁਹੱਈਆ ਹੋ ਰਿਹਾ ਔਰ ਨਾ ਹੀ ਕੋਈ ਕੰਮ ਬਚਿਆ ਕਿਉਂਕਿ ਕਾਰੋਬਾਰ ਸਾਰੇ ਬੰਦ ਪਏ ਨੇ। ਔਰ ਪੂਰਾ ਮੀਡੀਆ ਜਿਹੜਾ ਆ, ਖਬਰਾਂ ਜਿਹੜੀਆਂ ਆ ਉਹ ਇਹੋ ਹੀ ਆ ਰਹੀਆਂ ਕਿ ਮਜ਼ਦੂਰ ਜਿਹੜੇ ਆ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ। ਭਾਵੇਂ ਉਹ ਪਟਰੀਆਂ ਦੇ ਉੱਤੇ ਟ੍ਰੇਨ ਥੱਲੇ ਆ ਰਹੇ ਨੇ, ਭਾਵੇਂ ਸੜਕਾਂ ਤੇ ਐਕਸੀਡੈਂਟ ਹੋ ਰਹੇ ਨੇ, ਪਰ ਕਿਸੇ ਨਾ ਕਿਸੇ ਨੂੰ ਸੋਚਣਾ ਪਏਗਾ ਕਿ ਇਹ ਕਾਰਨ ਕੀ ਹੈ ਔਰ ਕਿਉਂ ਇਸ ਤਰ੍ਹਾਂ ਹੋ ਰਿਹਾ। ਅਗਰ ਇੱਥੇ ਵੀ ਉਹ ਰਹਿਣ ਤੇ ਕਿਸ ਦੇ ਭਰੋਸੇ ਰਹਿਣ, ਕਿਉਂਕਿ ਇੱਥੇ ਵੀ ਕਈ ਮਜ਼ਦੂਰ ਐਸੇ ਨੇ, ਪ੍ਰਵਾਸੀ ਮਜ਼ਦੂਰ ਐਸੇ ਨੇ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਸ਼ਹਿਰ, ਆਪਣੇ ਪਿੰਡ ਵਾਪਸ ਚਲੇ ਜਾਣ। ਗੱਲ ਜੁਗਿਆਲ ਦੀ ਹੈ। ਜੁਗਿਆਲ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਹੈ। ਉਹਨਾਂ ਦੀ ਇੱਕ ਬੇਟੀ ਬਿਮਾਰ ਹੁੰਦੀ ਹੈ, ਉਹਦੀ ਮੌਤ ਹੋ ਜਾਂਦੀ ਹੈ ਔਰ ਮੌਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਲਤਾੜਿਆ ਜਾਂਦਾ ਡੈੱਡ ਬੋਡੀ ਲੈਣ ਵਾਸਤੇ, ਸਾਰਾ ਕਿੱਸਾ ਤੁਹਾਨੂੰ ਦੱਸਾਂਗੇ ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਜਿਹੜਾ ਆ ਉਹ ਮਜ਼ਦੂਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਭਰੋਸੇ ਵਿੱਚ ਲਵੇ ਕਿ ਉਹ ਇੱਥੇ ਰਹਿ ਸਕਣ ਤਾਂ ਕਿ ਜਿਹੜੇ ਕਾਰੋਬਾਰ ਜਾਂ ਕੰਮ ਆ ਉਸੇ ਤਰ੍ਹਾਂ ਚੱਲਣ। ਗੱਲ ਕਰਾਂਗੇ ਅਸੀਂ। ਕੀ ਨਾਂ ਜੀ ਤੁਹਾਡਾ? सीताराम। सीताराम जी, क्या हुआ था, शुरू से बताइए कि बेटी आपकी कब बीमार हुई और कब उसको आप लेके गए? अब वो हुई कहा के दिन से शुक्रवार को ना हमने सुजानपुर गया तो वहाँ से डॉक्टर ने जवाब दे दिया तो फिर इधर सरकारी हॉस्पिटल ले आया। जुग्याल सरकारी हॉस्पिटल। सरकारी हॉस्पिटल। अब यहाँ डॉक्टर ने फटाफट दाखिल ले लिया। खून में कमी थी। कमी थी, इस करके डॉक्टर ने पर्ची लिख दिया था कि इसको वहाँ रेफर किया जाए पठानकोट सिविल हॉस्पिटल। तो फिर उन्होंने रेफर कर दिया पठानकोट। हाँ जी। उसके बाद क्या हुआ? उसके बाद बस वहाँ जाके दाखिल कराया। फिर बड़ा मुश्किल से जा कर के एक बॉटल खून मिला। अच्छा, एक बोतल खून मिला। हाँ जी। उसको चढ़ाया। वो बोल रहे थे कि खून का व्यवस्था करो तभी मिल पाएगा। मतलब खून की कमी है, उसका इंतजाम करो और लेके आओ। हाँ जी। तो फिर दूसरे दिन एक बोतल फिर देता उन्हें। अच्छा, एक बोतल और मिला। दो बोतल चढ़ा है। फिर उसके बाद कुड़ी की बुखार आ गया नहीं, फिर उसने चढ़ाया ग्लूकोज। तो ग्लूकोज चढ़ाने के बाद फिर कुड़ी की हालत बिगड़ी है। अच्छा, बिगड़ गई। उसके बाद फिर कुड़ी बस तड़पती रही है कि जब ग्लूकोज चढ़ाया उसको हाथ को चूक देता है। फिर ऐसे करते करते मैं बड़ा परेशान था, अकेला आदमी। कारोबार क्या करते हो आप? मजदूरी काम करते हैं जी। दिहाड़ीदार हो? दिहाड़ीदार है जी। तो जब आपको कब पता चला कि उसकी डेथ, आप वहीं पे थे, उसके साथ ही थे? मैं उसी के साथ सोया था बेड में। मैं बेटी को, मैं उसका पैर को दबा रहा था कि चलो। कितने बजे उसकी फिर डेथ हुई, आपको डॉक्टर ने कब बताया? 1:30 बजे जी। डॉक्टर आए थे 1:30 बजे रात को? 1:30 बजे आए थे। तो क्या कहा उन्होंने? उसने, मैं तो उसको उठा के ना, चलो बेटी बाथरूम करा के ले आते हैं। तो फिर उसने, मैं देखा तो बैठाया गोद में, उसको देखा हाथ गर्म था। तो फिर सुबह कहाँ दिक्कत आई, क्या गड़बड़ हुई सुबह? सवेरे देखो जी, उसका माँ है नहीं यहाँ,
अच्छा, यहाँ पे नहीं है, वो कहाँ पर है? छत्तीसगढ़ में। अच्छा, वो छत्तीसगढ़ में। छत्तीसगढ़ है। फिर उन्होंने कितने बजे आपको दिया? आप परेशानी क्या आई वहाँ पे आपको? परेशानी आई बस, जिसके पास जाओ तो वो उसने ताला नहीं खोला। हाँ मैडम जी, हमें बॉडी लाश दो। हाँ तो नहीं, टेस्ट करा के आओ। क्या करवा के आओ? टेस्ट करा के। अच्छा, टेस्ट करवा के आपको भी बोला? हाँ तो ये तो चलो, ये रोटी देने गया था। ये भी गए थे उनके साथ? हाँ रोटी देने गया था, मैं अकेला था ना। फिर डब्बा छोड़ के, टिफिन छोड़ के अपना बाहर आ गया। ये कोई यहाँ ये सिलसिला कितनी देर चला? आपको कितनी देर भगाते रहे? ये चला सिलसिला कम से कम 3 घंटा चला ये। अच्छा, 3 घंटा इधर से उधर घुमाते रहे आपको? घुमाते रहा। देखो हम इतना दुखिया हैं, रात में सारे नींदर, रोटी खाया नहीं। फिर हम लोग तो अभी तक भी नहीं खाए हैं, अभी तो संस्कार करके आए नहीं, अभी घर भी नहीं पहुँचे हैं। तो फिर हमारा ये हाल है। तो जब आप यहाँ पे आ गए हो, दोबारा उनका फोन आया? हाँ दोबारा फोन आया क्या बोले वो? कि यहाँ भी टेस्ट हुआ नहीं है, तो लोग लाश को ले गए, कहाँ पहुँचे हो? तो हाँ जी, वहाँ जुग्याल मसान घाट पहुँच गए हैं। नहीं, गाड़ी वापस करके ले आओ। अच्छा, गाड़ी वापस ले हाँ लाश मतलब लाश वापस लेके आओ। वापस ले आओ। ਤੇ ਤੁਸੀਂ ਸੁਣਿਆ ਕਿ ਇੱਕ ਬਾਪ ਨੇ ਕਹਾਣੀ ਦੱਸੀ ਹੈ ਪੂਰੀ, ਉਸ ਦੀ ਬੇਟੀ ਦੀ ਮੌਤ ਹੋ ਜਾਂਦੀ ਹੈ ਔਰ ਕਿਸ ਤਰ੍ਹਾਂ 3 ਘੰਟੇ ਹਸਪਤਾਲ ਦਾ ਪ੍ਰਸ਼ਾਸਨ ਜਿਹੜਾ ਆ ਉਹ ਉਹਨਾਂ ਨੂੰ ਖੱਜਲ ਕਰਦਾ ਰਿਹਾ, ਇੱਕ ਕਮਰੇ ਤੋਂ ਦੂਸਰੇ ਕਮਰੇ ਤੱਕ ਉਹਨਾਂ ਨੂੰ ਉੱਧਰ ਜਾਓ ਕਹਿ ਕੇ ਉਹਨਾਂ ਦਾ ਘੁਮਾਉਂਦੇ ਰਹੇ ਔਰ ਡੈੱਡ ਬੋਡੀ ਉਹਨਾਂ ਨੂੰ ਨਹੀਂ ਦਿੱਤੀ। ਔਰ ਜਦੋਂ ਦੇ ਦਿੱਤੀ ਤਾਂ ਉਸ ਤੋਂ ਬਾਅਦ ਵੀ ਕਿਹਾ ਗਿਆ ਕਿ ਨਹੀਂ ਇਹਨੂੰ ਵਾਪਸ ਲੈ ਆਓ। ਜਦੋਂ ਕਿ ਉਹ ਸ਼ਮਸ਼ਾਨ ਘਾਟ ਸੰਸਕਾਰ ਵਾਸਤੇ ਲੈ ਆਏ ਸੀ, ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਬੋਡੀ ਵਾਪਸ ਲੈ ਆਓ। ਬਦ ਇੰਤਜ਼ਾਮੀ ਹਸਪਤਾਲ ਦੀ ਇਹ ਹੈ ਕਿ ਕਦੀ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ 3 ਬੰਦਿਆਂ ਦੇ ਸੈਂਪਲ ਲੈਣੇ ਆ, ਕਦੀ ਡੈੱਡ ਬੋਡੀ ਦੇ ਸੈਂਪਲ ਲੈਣੇ ਆ, ਔਰ ਜਦੋਂ ਬੰਦੇ ਸੈਂਪਲ ਦੇ ਕੇ ਆ ਗਏ ਉਸ ਤੋਂ ਬਾਅਦ ਵੀ ਫੋਨ ਕਰਕੇ ਕਹਿੰਦੇ ਆ ਕਿ ਤੁਹਾਡੇ ਸੈਂਪਲ ਲੈਣੇ ਆ। ਉਸ ਬੇਟੀ ਦਾ ਬਾਪ ਔਰ ਉਹਦੇ ਨਾਲ ਜਿਹੜੇ 2 ਜਣੇ ਗਏ ਸੀ ਉਹਨਾਂ ਦੇ ਸੈਂਪਲ ਲਏ ਔਰ ਉਸ ਤੋਂ ਬਾਅਦ ਵੀ ਫੋਨ ਕੀਤਾ ਗਿਆ। ਕਿਹਨਾਂ ਨਾਲ ਗੱਲ ਹੋਈ ਅਸੀਂ ਤੁਹਾਡਾ ਗੱਲ ਕਰਾਂਗੇ ਉਹਦੇ ਨਾਲ। सुबह क्या हुआ था जब वो डेड बॉडी देने की बात कर रहे थे? इनका कहना है कि इनको परेशान किया जा रहा था, इधर से उधर घुमा रहे थे। इनको परेशान किया जा रहा तो ये लड़का हमारे पास गया, कहता आप चलो। मैं एसमा साहब अपने बोले, मैं सिविल अस्पताल जा रहे, इस तरह से लड़की पूरी हो गई, उसकी डेड बॉडी लेके आना है। तो हम वहाँ गए तो वो कहते उधर जाओ। फिर एक डॉक्टर कहता है उसके पोस्टमार्टम होगा कोरोना वाला, पहले सैंपल लेना फिर उसको पोस्टमार्टम करके आपको देना है। फिर मैं वहाँ कोई मेरे रहते तो उनसे बात करी, उन्होंने फिर आगे गल की थी। फिर कहते इनके तीनों सैंपल हो जाएंगे, फिर आप ले जाओ। जब इनके सैंपल हो गए फिर मैं सिस्टर के पास गया एमरजेंसी में। वो बोले कि ये आप वहाँ पे बंदा बुलाते ही हैं, उसको ना लेके जाओ, फिर आप डेड बॉडी ले जाओ। बंदा गया, उन्हें सैंपल लिया डेड बॉडी का। अच्छा, डेड बॉडी का सैंपल भी लिया? डेड बॉडी का सैंपल लिया, आप गाड़ी में रखो ले जाओ। हम वहाँ से आ गए। जब यहाँ शमशान घाट पे आ गए अपने, वो कहते डेड बॉडी वापस ले आओ। आप अपनी मर्जी नाल कैसे लेके गए? अच्छा, आपको दोबारा फोन आया कि डेड बॉडी आप कैसे ले गए? हाँ जी, आप अपनी मर्जी नाल कैसे ले गए? उसके भाई कोई टेस्ट नहीं हुए हैं। फिर मैं उनको फ़ोन किया जिन्होंने मेरी हेल्प की थी। फिर उन्होंने आगे बात करी, फिर फ़ोन आ गया, फिर इन्होंने बात करी। फिर ये बोले कि इन्होंने बोला कि आप अपनी टीम भेज दो यहाँ पे संस्कार करें। पहले बोलते 72 घंटा आप संस्कार नहीं कर सकते। अच्छा, उन्होंने बोला कि 72 घंटे आप संस्कार नहीं कर सकते। नहीं कर सकते। ये किन्होंने कहा आपसे? वो जो स्टाफ सिस्टर्स होगी कोई। आपके फोन पे कहा था? हाँ फोन आया था। वो नंबर है? ਇਸ ਮਾਮਲੇ ਦੇ ਵਿੱਚ ਜਦੋਂ ਐਸਐਮਓ ਭੁਪਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਕੀ ਕਹਿਣਾ ਸੀ ਉਹਨਾਂ ਦਾ, ਜ਼ਰਾ ਆਓ ਉਹ ਵੀ ਸੁਣਦੇ ਹਾਂ। ਸਰ ਕੀ ਮਸਲਾ? ਉਹ ਕਹਿ ਇਲਜ਼ਾਮ ਲਗਾ ਰਹੇ ਨੇ ਕਿ ਸਾਡੀ ਜਿਹੜੀ ਹੈ ਪਹਿਲਾਂ ਤਾਂ ਡੈੱਡ ਬੋਡੀ ਨਹੀਂ 3 ਘੰਟੇ ਦਿੱਤੀ ਗਈ, ਫਿਰ ਜਦੋਂ ਦਿੱਤੀ ਹੈ ਤੇ ਫਿਰ ਅਸੀਂ ਆਪਣੀ ਕਨਵਿੰਸ ਦੇ ਉੱਤੇ ਲੈ ਕੇ ਗਏ ਹਾਂ। ਜਦੋਂ ਸੰਸਕਾਰ ਕਰਨ ਲੈ ਕੇ ਗਏ ਤੇ ਉੱਤੇ ਫਿਰ ਫੋਨ ਆ ਜਾਂਦਾ ਕਿ ਸੰਸਕਾਰ ਤੁਸੀਂ ਅਜੇ ਨਹੀਂ ਕਰ ਸਕਦੇ। ਫਿਰ ਉਹ ਕਹਿੰਦੇ ਕਿ ਦੁਬਾਰਾ ਅਸੀਂ ਜਿਸ ਲਈ ਫੋਨ ਕਰਵਾਉਂਦੇ ਕਿ ਅਸੀਂ ਤੇ ਇੰਨਾ ਕੁਝ ਕਰ ਲਿਆ ਤੇ ਫਿਰ ਕਿਸ ਤਰ੍ਹਾਂ ਸੰਸਕਾਰ ਨਹੀਂ ਕਰ। ਫਿਰ ਕਹਿੰਦੇ ਕਿ ਉੱਥੋਂ ਸਾਨੂੰ ਫੋਨ ਆਉਂਦਾ ਕਿ ਠੀਕ ਹੈ ਐਸਐਮਓ ਸਾਹਿਬ ਨੇ ਕਹਿ ਦਿੱਤਾ ਕਿ ਸੰਸਕਾਰ ਕਰ ਦਿਓ। ਇਹ ਕੀ ਸਰ ਮਸਲਾ ਹੈ? ਇਹ ਸਾਡੇ ਕੋਲ ਜਿਹੜਾ ਬੱਚਾ 11 ਸਾਲ ਦਾ, ਇਹ ਸਾਡੇ ਕੋਲ 2 ਦਿਨ ਪਹਿਲਾਂ ਐਡਮਿਟ ਹੋਇਆ ਸੀਗਾ, ਜਿਹਦੇ ਵਿੱਚ ਕਿ ਬੜਾ ਸੀਵੀਅਰ ਐਨੀਮੀਆ ਸੀਗਾ, ਸਿਰਫ 2 ਗ੍ਰਾਮ HB ਸੀਗਾ ਤੇ ਉਹਨੂੰ ਅਸੀਂ ਬਲੱਡ ਲਗਾਇਆ ਸੀਗਾ, ਜਿਹਦੇ ਕਰਕੇ ਸ਼ਾਇਦ ਉਹਨੂੰ ਹਲਕਾ ਜਿਹਾ ਫੀਵਰ ਹੋ ਗਿਆ ਔਰ ਅੱਜ ਸਵੇਰੇ ਉਹਦੀ ਅਨਫੋਰਚੂਨੇਟਲੀ ਕੋਈ 1-1.5 ਵਜੇ ਨਾਲ ਦੇ ਕਰੀਬ ਉਹਦੀ ਡੈਥ ਹੋ ਗਈ। ਸਵੇਰੇ ਮੈਨੂੰ ਜਦੋਂ EMO ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਡੈੱਡ ਬੋਡੀ ਦਾ ਅਗਰ ਤੁਹਾਨੂੰ ਸ਼ੱਕ ਪੈਂਦਾ ਵੀ ਹੈ ਕਿਸੇ ਵੀ ਕਿਸਮ ਦਾ ਜਾਂ ਉਹਦੇ ਕੰਟੈਕਟਸ ਜਿਹੜੇ ਉਹਦੇ ਪੇਰੈਂਟਸ ਆ ਉਹ ਕਹਿੰਦੇ ਆ ਕਿ ਅਸੀਂ ਸੈਂਪਲ ਦੇਣਾ
ਤੇ ਅਸੀਂ ਉਹਨਾਂ ਦਾ ਸੈਂਪਲ ਲੈ ਲਾਂਗੇ, ਲੇਕਿਨ ਡੈੱਡ ਬੋਡੀ ਦਾ ਸੈਂਪਲ ਲੈਣ ਲਈ ਕੋਈ ਜ਼ਰੂਰਤ ਨਹੀਂ ਹੈ। ਅਸੀਂ ਉਹਨਾਂ ਦੇ ਸੈਂਪਲ ਲੈ ਲਾਂਗੇ ਕਿਉਂਕਿ ਡੈੱਡ ਬੋਡੀ ਤਾਂ ਸੀਵੀਅਰ ਐਨੀਮੀਆ ਨਾਲ ਦਾਖਲ ਹੋਈ ਹੈ। ਪਰ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ ਕਿ ਸਾਨੂੰ ਇਹਨਾਂ ਨੇ ਪਹਿਲਾਂ ਤਿੰਨਾਂ ਦੇ ਸੈਂਪਲ ਲੈ ਲਏ, ਜਿਹੜੇ ਤਿੰਨ ਉਹਦੇ ਨਾਲ ਆਏ ਸੀਗੇ, ਉਹਨਾਂ ਦੀ ਸੈਂਪਲਿੰਗ ਹੋ ਗਈ ਆ, ਪਰ ਫਿਰ ਫੋਨ ਕਰਕੇ ਕਿਹਾ ਜਾਂਦਾ ਕਿ ਉਹਨਾਂ ਤਿੰਨਾਂ ਨੂੰ ਵਾਪਸ ਭੇਜੋ, ਸੈਂਪਲ ਦੁਬਾਰਾ ਹੋਣਾ ਹੈ, ਬੋਡੀ ਦਾ ਸੈਂਪਲ ਵੀ ਦੁਬਾਰਾ ਆਉਣਾ ਹੈ। ਤੇ ਫਿਰ ਉਧਰੋਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਤੇ ਨਹੀਂ, ਹੁਣ ਗਰੀਬ ਆ, ਅਸੀਂ ਨਹੀਂ ਅਰੇਂਜ ਕਰ ਸਕਦੇ, ਤੇ ਤੁਸੀਂ ਡਿਪਾਰਟਮੈਂਟ ਵੱਲੋਂ ਐਂਬੂਲੈਂਸ ਭੇਜ ਦਿਓ ਜਿਹੜੀ ਟੀਮ ਆ ਕੇ ਸੈਂਪਲਿੰਗ ਕਰ ਲਵੇ। ਨਹੀਂ, ਐਸੀ ਕੋਈ ਪ੍ਰੋਬਲਮ ਨਹੀਂ ਹੈ। ਅਗਰ ਮਤਲਬ ਕਿ ਸੈਂਪਲਿੰਗ ਤੇ ਅਗਰ ਸਪੋਜ਼ ਕਰ ਲਓ ਅਸੀਂ ਕੰਟੈਕਟਸ ਕਿਧਰੋਂ ਦੀ ਮੰਗਵਾਉਣੇ ਵੀ ਹੋਏ ਤੇ ਅਸੀਂ ਹਮੇਸ਼ਾ RRT ਭੇਜਦੇ ਹਾਂ ਜਾਂ ਆਪਣੀ ਗੱਡੀ ਭੇਜਦੇ ਹਾਂ। ਸੋ ਇਸ ਲਈ ਉਹਦੇ ਵਿੱਚ ਕੋਈ ਹਾਂ, ਡੈੱਡ ਬੋਡੀ ਜਿਹੜੀ ਲੈ ਕੇ ਜਾਣੀ ਹੈ ਉਹਦੇ ਵਿੱਚ ਸਾਡੀ ਗੱਡੀ ਨਹੀਂ ਜਾਂਦੀ ਹੈ। ਜੇ ਸਾਨੂੰ ਕੋਈ ਬਹੁਤ ਜ਼ਿਆਦਾ ਸ਼ੱਕ ਹੋਏ ਵੀ ਇਹ ਕੋਵਿਡ ਪੇਸ਼ੈਂਟ ਹੋ ਸਕਦਾ, ਫਿਰ ਅਸੀਂ ਡੈਫੀਨੇਟਲੀ ਆਪਣੀ ਗੱਡੀ ਭੇਜਦੇ ਹਾਂ। ਅਗਰ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਤੇ ਅਸੀਂ ਆਪਣੀ ਗੱਡੀ ਨਹੀਂ ਭੇਜਦੇ, ਉਹਨਾਂ ਨੂੰ ਕਹਿੰਦੇ, ਕਿਉਂਕਿ ਐਂਬੂਲੈਂਸ ਦੇ ਵਿੱਚ ਅਦਰਵਾਈਜ਼ ਡੈੱਡ ਬੋਡੀ ਅਲਾਉਡ ਨਹੀਂ ਹੁੰਦੀ। ਕਹਿ ਸਕਦੇ ਹੋ ਕਿ ਇਸ ਕੇਸ ਦੇ ਵਿੱਚ ਤਾਲਮੇਲ ਦੀ ਕਮੀ ਆਈ ਹੈ ਕਿਤੇ ਨਾ ਕਿਤੇ। ਕਿਧਰੇ ਹੋ ਸਕਦਾ ਕਿਸੇ ਬੱਚੇ ਨੂੰ ਸਮਝ ਨਾ ਲੱਗੇ, ਕਿਉਂਕਿ 72 ਆਵਰਸ था ਤੇ ਬਲਕਿ ਇਹ ਆਰਡਰਸ ਤੇ ਸਿਰਫ ਸਿਵਲ ਸਰਜਨ ਸਾਹਿਬ ਜਾਂ ਡਾਇਰੈਕਟਰ ਸਾਹਿਬ ਕਰ ਸਕਦੇ ਆ। ਮੇਰਾ ਨਹੀਂ ਖਿਆਲ ਕਿ ਕਦੀ 72 ਆਵਰਸ ਵਾਲੀ ਇਹ ਗੱਲ ਕਦੀ ਹੋ ਸਕਦੀ ਹੈ। ਅਗਰ ਕਿਸੇ ਨੂੰ ਗਲਤੀ ਲੱਗੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਸੁਣਨ 'ਚ ਗਲਤੀ ਲੱਗੀ ਹੈ ਜਾਂ ਕੋਈ ਕਨਵੇ ਕਰਨ 'ਚ ਗਲਤੀ ਲੱਗੀ ਹੈ। ਧੰਨਵਾਦ ਸਰ। ਤੇ ਇਹ ਸਨ ਸਾਡੇ ਨਾਲ SMO ਭੁਪਿੰਦਰ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਤਾਲਮੇਲ ਦੇ ਵਿੱਚ ਕਮੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਤੇ ਨਾ ਕਿਤੇ ਕਹਿਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਕਮੀ ਆਈ ਹੈ, ਪਰ ਕਿਤੇ ਨਾ ਕਿਤੇ ਉਹ ਪ੍ਰਵਾਸੀ ਮਜ਼ਦੂਰ ਉਹ ਵੀ ਇਸ ਬਦ ਇੰਤਜ਼ਾਮੀ ਦਾ ਜਿਹੜਾ ਉਹਨਾਂ ਨੇ ਖਾਮਿਆਜ਼ਾ ਭੁਗਤਿਆ। ਕਾਫੀ ਦੇਰ ਉਹ ਲਾਸ਼ ਦੇ ਨਾਲ ਵੇਟ ਕਰਦੇ ਰਹੇ, ਪਹਿਲਾਂ ਹਸਪੀਟਲ ਦੇ ਵਿੱਚ ਤੇ ਫਿਰ ਸ਼ਮਸ਼ਾਨ ਘਾਟ ਦੇ ਵਿੱਚ। ਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਉਹਦੇ ਨਾਲ ਜਿਹੜਾ ਆ ਉਹ ਗਲਤ ਹੋ ਰਿਹਾ, ਜਿਸ ਕਰਕੇ ਬਾਕੀ ਵੀ ਪ੍ਰਵਾਸੀ ਮਜ਼ਦੂਰ ਜਿਹੜੇ ਉਹ ਵਾਪਸ ਜਾ ਰਹੇ ਕਿ ਉਹਨਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਸਵਾਲ ਪ੍ਰਸ਼ਾਸਨ ਵਾਲਾ ਕਿ ਉਹਨਾਂ ਦਾ ਧਿਆਨ ਹੁਣ ਕਿਸ ਤਰ੍ਹਾਂ ਰੱਖਿਆ ਜਾਏ। ਕੈਮਰਾਮੈਨ ਅਭਿਸ਼ੇਕ ਭਾਰਦਵਾਜ ਦੇ ਨਾਲ ਸੰਜੀਵ ਮੰਗੋਤਰਾ, 7C ਨਿਊਜ਼, ਪਠਾਨਕੋਟ।